ਜਿਹੜਾ ਮੈਂ ਹੈਡ ਦੱਸਿਆ ਨਾ, ਹੈਡ ਕਰਨਾ ਹੀ ਬੰਦੇ ਨੂੰ ਸਹੀ ਆ ਜੇ। ਮੈਂ ਕਹਿੰਦਾ ਸਾਰੀ ਉਮਰ ਹੋਰ ਕੋ ਰੋਟੀ ਨਹੀਂ ਮੁੱਕਦੀ। ਜਿਸ ਬੰਦੇ ਨੂੰ ਬੋਰਿੰਗ ਕਰਨੀ ਆ ਜੇ, ਸਾਰੀ ਜ਼ਿੰਦਗੀ ਰੋਟੀ ਨਹੀਂ ਮੁੱਕ ਸਕਦੀ, ਭਾਵੇਂ ਪਾਕਿਸਤਾਨ 'ਚ ਕਰੇ ਭਾਵੇਂ ਪਾਕਿਸਤਾਨ ਤੋਂ ਬਾਹਰ ਕਰੇ। ਐਸੇ ਤਰ੍ਹਾਂ ਬੈਲੈਂਸਿੰਗ ਹੈ ਸਾਡਾ, ਇੱਕ ਇੱਕ ਕੰਮ ਸਾਰੀ ਉਮਰ ਬੱਚਾ ਰੋਟੀ ਕਮਾ ਕੇ ਖਾ ਸਕਦਾ। अस्सलाम वालेकुम दोस्तों, अपना चैनल पीके यूट्यूब चैनल 'ਚ खुश आमदीद दोस्तों। ਅੱਜ ਅਸੀਂ ਮੌਜੂਦ ਹਾਂ ਜੀ ਨਦੀਮ ਬਦਰ ਆਟੋ ਇੰਜੀਨੀਅਰਿੰਗ ਬਰਕੀ ਰੋਡ ਲਾਹੌਰ। ਮਾਸ਼ਾਅੱਲਾ ਜੀ ਅੱਜ ਨਦੀਮ ਸਾਹਿਬ ਕੋਲ ਰੌਣਕਾਂ ਲੱਗੀਆਂ ਨੇ ਜੀ, ਸਟੂਡੈਂਟ ਆਏ ਨੇ ਕੁਝ ਟੈਕਨੀਕਲ ਇਨਫੋਰਮੇਸ਼ਨ ਲੈਣ ਨਦੀਮ ਸਾਹਿਬ ਕੋਲ। ਜਿਵੇਂ ਕਿ ਇਹਨਾਂ ਦੀ ਮੈਂ ਵੀਡੀਓ ਪਾਉਂਦਾ ਰਹਿੰਦਾ, ਕਾਫੀ ਜ਼ਿਆਦਾ ਟੈਕਨੀਕਲ ਇਨਫੋਰਮੇਸ਼ਨ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਦਾ। ਤੇ ਅੱਜ ਮਾਸ਼ਾਅੱਲਾ ਜੀ ਸਟੂਡੈਂਟ ਆਏ ਨੇ ਟੈਕਨੀਕਲ ਕਾਲਜ ਦੇ ਵਿੱਚੋਂ, ਤੇ ਨਦੀਮ ਸਾਹਿਬ ਕੋਲ ਪੁੱਛਦੇ ਹਾਂ ਜੀ ਕਿਹੜਾ ਕਾਲਜ ਹੈ ਤੇ ਕਿਵੇਂ ਇਹਨਾਂ ਨਾਲ ਆਏ ਨੇ ਜੀ। अस्सलाम वालेकुम जी। वालेकुम सलाम जी। नदीम साहब की हाल जी, ठीक ठाक हो? शुक्र अल्हम्दुलिल्लाह, अल्लाह का बड़ा करम है। अच्छा, तो नदीम साहब स्टूडेंट अज आए ने, ਇਹਨਾਂ ਦੇ ਨਾਲ ਦੱਸੋ ਜੀ। ਜੀ ਆ ਸਟੂਡੈਂਟ ਆਏ ਆ, ਟੀਚਰ ਵੀ ਆਏ ਉਹਨਾਂ ਦੇ ਨਾਲ, ਤੇ ਆ ਆਏ ਆ ਸਵੀਡਿਸ਼ ਕਾਲਜ ਗੁਜਰਾਤ ਤੋਂ। ਅੱਛਾ, ਗੁਜਰਾਤ ਤੋਂ। ਸਵੀਡਿਸ਼ ਕਾਲਜ ਗੁਜਰਾਤ ਤੋਂ ਠੀਕ ਹੋ ਗਿਆ। ਉੱਥੋਂ ਆਏ ਆ। ਅੱਜ ਤੋਂ 2-3 ਸਾਲ ਪਹਿਲੇ ਵੀ ਆਏ ਸੀ, ਤੇ ਉਦੋਂ ਤਾਂ ਖੈਰ ਕੋਈ ਵੀਡੀਓ ਸ਼ੀਡੀਓ ਮੈਂ ਆਪਣੇ ਚੈਨਲ ਤੇ ਹੀ ਲਾਈ ਹੈ, ਤੇ ਬਾਕੀ ਦੂਸਰੇ ਚੈਨਲਾਂ ਤੇ ਨਹੀਂ ਲੱਗੀ। ਤੇ ਅੱਜ ਆ ਚਾਂਸ ਨਾਲ ਫਿਰ ਆਏ ਹੈ, ਤੇ ਤੁਸੀਂ ਵੀ ਆਏ ਜੇ, ਤੇ ਮਾਸ਼ਾਅੱਲਾ ਇੱਕ ਵੀਡੀਓ ਬਣਾ ਕੇ ਯਾਦਗਾਰੀ ਵੀਡੀਓ ਬਣ ਰਹੀ ਹੈ। ਆ ਬੱਚੇ ਸਾਰੇ ਹੈਗੇ ਆ ਮਕੈਨੀਕਲ ਫੀਲਡ ਦੇ, ਆਟੋ ਐਂਡ ਡੀਜ਼ਲ ਦੇ, ਡੀਏ ਮਕੈਨੀਕਲ 3 ਸਾਲਾ। ਹਾਂ, ਅੱਛਾ। ਤੇ ਨਦੀਮ ਸਾਹਿਬ ਕਿਵੇਂ ਰਾਬਤਾ ਹੋਇਆ, ਤੇ ਪਹਿਲਾਂ ਵੀ ਕੀ ਹਿਸਾਬ ਕਿਤਾਬ ਹੈ? ਪਹਿਲੇ ਅੱਜ ਤੋਂ 2-3 ਸਾਲ ਪਹਿਲੇ ਇਹਨਾਂ ਦਾ ਇੱਕ ਜਨਰੇਟਰ ਸੀ, ਉਹ ਇੱਕ ਕੰਪਨੀ ਨੇ ਕੀਤਾ ਸੀ, ਤੇ ਉਹਨਾਂ ਨੂੰ ਕੋਲ ਫਿਰ ਵਿਜ਼ਿਟ ਵਾਸਤੇ ਆਏ ਸੀ, ਤੇ ਉਹਨਾਂ ਨੇ ਕਿਹਾ ਸੀ ਤੁਸੀਂ ਇਸ ਤਰ੍ਹਾਂ ਕਰੋ। ਆ ਲਾਹੌਰ ਇੱਥੇ ਆਏ ਤੇ ਇਹਨਾਂ ਨੇ ਟਾਈਮ ਲਿਆ ਸੀ, ਜਾਂ ਕਿਸੇ ਵਜ੍ਹਾ ਨਾਲ ਇਹਨਾਂ ਦਾ ਟਾਈਮ ਨਹੀਂ ਹੋ ਸਕਿਆ, ਤੇ ਇਹਨਾਂ ਨੇ ਮਿਲਰ ਟਰੈਕਟਰ ਦੇਖਣੀ ਸੀ, ਤੇ ਉਹ ਮਿਲਰ ਟਰੈਕਟਰ ਵਾਲਿਆਂ ਨੇ ਐਂਟਰੀ ਨਹੀਂ ਦਿੱਤੀ। ਉਹਨਾਂ ਨੇ ਕਿਹਾ ਫਿਰ ਹੋਰ ਕਿਹੜਾ ਅਦਾਰਾ ਹੈ, ਤੇ ਉਹ ਫਿਰ ਅੱਜ ਤੋਂ 2 ਸਾਲ ਪਹਿਲੇ ਫਿਰ ਆ ਮੇਰੇ ਕੋਲ ਇੱਥੇ ਆ ਗਏ। ਤੇ ਉਹਨਾਂ ਨੇ ਬੜਾ ਅੱਛਾ ਕੀਤਾ। ਉਹਨਾਂ ਨੇ ਕਿਹਾ ਜੀ ਅਸੀਂ ਬੜਾ ਅੱਛਾ ਰਿਹਾ ਜੀ, ਅਸੀਂ ਤੁਹਾਡੇ ਕੋਲ ਆਏ, ਕਾਫੀ ਸਾਰੀ ਟੈਕਨੀਕਲ ਚੀਜ਼ਾਂ ਇਹਨਾਂ ਨਾਲ ਸ਼ੇਅਰ ਕੀਤੀਆਂ ਸੀ, ਕਿਉਂਕਿ ਬੜੇ ਅਦਾਰੇ ਹੁੰਦੇ, ਉਹਨਾਂ ਦੇ ਆਪਣੇ ਖਿਲਾਰੇ ਹੁੰਦੇ ਆ, ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ। ਹੁਣ ਦੇਖੋ ਨਾ, ਜਿਵੇਂ ਸਵੇਰ ਦੇ ਆਏ ਆ, ਤੇ ਫਿਰ ਆਪਣੇ ਵੀ ਉਹਨਾਂ ਦੇ ਕੰਮ ਸਫਰ ਹੁੰਦੇ ਆ, ਤੇ ਅਸੀਂ ਤੇ ਇਸ ਕਰਕੇ ਇਹਨਾਂ ਬੱਚਿਆਂ ਨੂੰ ਟਾਈਮ ਦੇਈਦਾ ਹੈ ਕਿ ਇਲਮ ਫਲਾਣਾ, ਮੈਂ ਆਪਣੀ ਵੀਡੀਓ 'ਚ ਕਹਿੰਦਾ ਇਲਮ ਫਲਾਣਾ ਸਦਕਾ ਜਾਰੀ ਹੈ। ਇਹਨਾਂ ਬੱਚਿਆਂ ਨੂੰ ਜਿਹੜੀ ਗੱਲ ਦੱਸੇਂਗੇ, ਅਗਰ ਇਹਨਾਂ ਨੇ ਉਹ ਸਾਡੇ ਦੱਸੇ ਹੋਏ ਇਲਮ ਦੇ ਨਾਲ 1 ਰੁਪਈਆ ਵੀ ਕਮਾ ਲਿੱਤਾ, ਉਹ 1 ਰੁਪਏ ਦਾ ਵੀ ਜਿਹੜਾ ਸਵਾਬ ਹੈ ਨਾ, ਉਹ ਸਾਡੇ ਅਦਾਰੇ ਨੂੰ ਮਿਲਦਾ। ਅੱਛਾ, ਤੇ ਨਦੀਮ ਸਾਹਿਬ ਕਿਵੇਂ ਤੁਸੀਂ ਅਫੋਰਡ ਕਰਦੇ ਹੋ, ਜਾਂ ਕੋਈ ਆਲਾ ਉਹਦੇ ਦੌਰਾਨ ਤੁਹਾਡੇ ਨਾਲ ਹੈਲਪ ਕਰਦੇ ਨੇ ਕਿ ਆਪਣੇ? ਨਹੀਂ, ਅਸੀਂ ਆਪਣੇ ਤੌਰ ਤੇ ਕਰਨੇ, ਸਾਡੇ ਯਾਰ ਕਿਸੇ ਨੇ ਕੀ ਸਪੋਰਟ ਕਰਨਾ। ਅੱਛਾ, ਇਹਦੇ ਇਹਦੇ ਵਿੱਚ ਜਿੰਨਾ ਵੀ ਕੁਝ ਇੰਤਜ਼ਾਮ ਕਰਨੇ ਅਸੀਂ ਆਪਣੇ ਪਰਸਨਲੀ ਕਰੀਦਾ, ਉਹਨਾਂ ਕੁ ਕਰ ਸਕਨੇ, ਜਿੰਨਾ ਕੁ ਕਰ ਸਕਨੇ ਉਹਨਾਂ ਕੁ ਕਰ ਦਈਦਾ। ਬਸ ਐਸੇ ਤਰ੍ਹਾਂ ਮਾਸ਼ਾਅੱਲਾ ਬੱਚਿਆਂ ਵਾਸਤੇ ਥੋੜਾ ਜਿਹਾ ਲੰਗਰ ਦਾ ਵੀ ਇਸਤਮਾਮ ਕੀਤਾ ਸੀ। ਮੈਂ ਇਸ ਕਰਕੇ ਆਖਿਆ, ਮੈਂ ਕਿਹਾ ਜੁਮੇਰਾਤ ਹੈਗੀ ਹੈ, ਤੇ ਚਲੋ ਬਾਹਰ ਸੜਕ ਤੇ ਜੋ ਤਕਸੀਮ ਕਰੀਦਾ ਹੈ, ਤੇ ਬਾਹਰ ਲੋਕਾਂ ਨੂੰ ਵੀ ਖਵਾਈਦਾ ਹੈ, ਤੇ ਅੱਜ ਆ ਬੱਚਿਆਂ ਨੂੰ ਜੁਮੇਰਾਤ ਦਾ ਲੰਗਰ ਕਰਵਾ ਦਿੰਨੇ। ਦੇਖੋ ਜੀ, ਲੰਗਰ ਕਰਾਉਣਾ ਤੇ ਅੱਲਾ ਦੇ ਬੰਦਿਆਂ ਦੀ ਸਿਫਤ ਹੈ ਨਾ, ਅੱਲਾ ਪਸੰਦ ਫਰਮਾਉਂਦਾ ਹੈ ਕਿ ਲੋਕਾਂ ਨੂੰ ਖਾਣਾ ਖਿਲਾਣਾ, ਉਹਨਾਂ ਨੂੰ ਖਾਣਾ ਖਿਲਾਣਾ, ਪਾਣੀ ਪਿਲਾਣਾ। ਦੇਖੋ ਆ ਬੱਚੇ ਸਿੱਖਣਗੇ, ਕੱਲ ਨੂੰ ਆ ਪੈਸੇ ਕਮਾਉਣਗੇ, ਕੱਲ ਨੂੰ ਆ ਵੀ ਲੋਕਾਂ ਨੂੰ ਖਵਾਉਣਗੇ, ਤੇ ਜਿਵੇਂ ਸਿੱਖਣਗੇ ਇਹਨਾਂ ਨੂੰ ਵੀ ਅਜਰ ਸਵਾਬ ਮਿਲੇਗਾ। ਸਾਡੇ ਵਾਲਦੈਨ ਨੇ ਡਿਊਟੀ ਇੱਕ ਲਾਈ ਹੈ ਇਹਨਾਂ ਦੇ ਵਿੱਚ ਇੰਜਨ ਦਾ ਮਕੈਨੀਕਲ ਕੰਮ ਜਿਹੜਾ ਹੁੰਦਾ ਹੈ ਉਹ ਸਾਰਾ ਹੀ ਹੁੰਦਾ ਹੈ, ਲੇਕਿਨ ਉਹ ਵਿੱਚ ਜਿਹੜੇ ਇੰਜਨ ਦੇ ਉਹ ਪ੍ਰੈਕਟੀਕਲ ਹੁੰਦੇ ਆ, ਇੰਜਨ ਵਗੈਰਾ ਦੇ ਉਹ ਸਾਰੇ ਕਰਵਾਏ ਜਾਂਦੇ। ਥੋੜਾ ਜਿਹਾ ਸਾਰੇ ਗਿਆ ਨਾਲ ਗਾਈਡ ਕਰਨਗੇ, ਥੋੜਾ ਜਿਹਾ ਜ਼ਰਾ ਤੁਸੀਂ ਦੱਸੋ ਇਹਨਾਂ ਦੇ ਕੀ ਗਾੜੀ ਦੇ ਫਰੰਟ ਬੰਪਰ ਤੋਂ ਲੈ ਕੇ ਰੀਅਰ ਬੰਪਰ ਤੱਕ ਜੋ ਕੁਝ ਗੱਡੀ ਦੇ ਵਿੱਚ ਹੈ ਉਹਦਾ ਸਾਰਾ ਜਿਹੜਾ ਨਾ ਮਾਲੂਮਾਤ ਬੱਚਿਆਂ ਨੂੰ ਦਿੰਦੇ ਆ। ਉਹਦੇ 'ਚ ਹਰ ਕਿਸਮ ਦਾ ਸਬਜੈਕਟ, ਸਾਡੇ ਕੋਲੇ 17 ਟੈਕਨੀਕਲ ਸਬਜੈਕਟ ਹੁੰਦੇ ਨੇ ਜੀ। ਤੇ ਉਹਦੇ ਵਿੱਚ ਗੱਡੀ ਦੇ ਇਲੈਕਟ੍ਰੀਸ਼ੀਅਨ, ਮਕੈਨੀਕਲ, ਮਸ਼ੀਨਿੰਗ, ਵਰਕਸ਼ਾਪ ਦੇ ਮੁਤਲਕ ਜਿਤਨੇ ਵੀ ਸਬਜੈਕਟ ਨੇ, ਟੂਲਾਂ ਦਾ ਇਸਤੇਮਾਲ ਸਾਰਾ ਬੱਚਿਆਂ ਨੂੰ ਸਿਖਾਇਆ ਔਰ ਪੜ੍ਹਾਇਆ ਜਾਂਦਾ। ਲੇਕਿਨ ਚूँकि ਬਿਲਕੁਲ ਹੀ ਮੈਟ੍ਰਿਕ ਲੈਵਲ ਤੋਂ ਫੌਰਨ ਬਾਅਦ ਬੱਚੇ ਆਉਂਦੇ ਨੇ, ਔਰ ਵਕਤ ਬੜਾ ਕਮ ਹੁੰਦਾ, 2 ਸਾਲ 3 ਸਾਲ ਦੇ ਵਿੱਚ ਇਹਨਾਂ ਨੇ ਡਿਪਲੋਮਾ ਮੁਕੰਮਲ ਕਰਨਾ, ਤਾਂ ਨਾਲ FSC ਦੇ ਵੀ ਸਬਜੈਕਟ ਪੜ੍ਹਨੇ ਹੁੰਦੇ ਨੇ, ਕਿਉਂਕਿ ਡਿਪਲੋਮਾ ਜਿਹੜਾ FSC ਪ੍ਰੀ ਇੰਜੀਨੀਅਰਿੰਗ ਦੇ ਇਕੁਅਲ ਹੈ, ਤੇ ਪ੍ਰੈਕਟੀਕਲ ਦਾ ਉਹਨਾਂ ਮੌਕਾ ਨਹੀਂ ਮਿਲਦਾ। ਤੇ ਇਸ ਵਾਸਤੇ ਅਸੀਂ ਫਿਰ ਜਿਹੜਾ ਨਾ ਇਸ ਤਰ੍ਹਾਂ ਦੀਆਂ ਆਰਗੇਨਾਈਜੇਸ਼ਨ ਜਾਂ ਇਦਾਰਿਆਂ ਨੂੰ ਤਰਜੀਹ ਦਿੰਦੇ ਹਾਂ, ਵਿਜ਼ਿਟ ਕਰਨੇ ਆ, ਬੱਚਿਆਂ ਨੂੰ ਦਿਖਾਉਂਦੇ ਆ, ਬੱਚਿਆਂ ਦਾ ਜੋ ਪੜ੍ਹਿਆ ਹੁੰਦਾ ਉਹਦੇ ਨਾਲ ਬਹੁਤ ਜ਼ਿਆਦਾ ਇਹਨਾਂ ਨੂੰ ਮਾਲੂਮਾਤ ਮਿਲ ਜਾਂਦੀ ਹੈ। ਜੀ ਸਰ ਜੀ, ਜਿਵੇਂ ਕਿ ਤੁਹਾਨੂੰ ਪਤਾ ਟੈਕਨੀਕਲ ਕਾਲਜ ਦੇ ਵਿੱਚ ਨਾ ਇਹ ਪ੍ਰੈਕਟੀਕਲ ਮਸ਼ੀਨਾਂ ਵੀ ਹੁੰਦੀਆਂ ਨੇ, ਤੁਸੀਂ ਨਦੀਮ ਸਾਹਿਬ ਕੋ ਆਏ, ਤੇ ਇਹਦੇ ਤੁਹਾਨੂੰ ਕੀ ਡਿਫਰੈਂਟ ਨਜ਼ਰ ਆਇਆ? ਸਾਡੇ ਕੋਲ ਜੋ ਮਸ਼ੀਨਾਂ ਨੇ ਉਹ ਗਵਰਨਮੈਂਟ ਦੇ ਰੂਲ
ਜਾਂ ਅਸੂਲਾਂ ਦੇ ਮੁਤਾਬਕ ਬੜੀਆਂ ਥੋੜੀਆਂ ਮਸ਼ੀਨਾਂ ਹੁੰਦੀਆਂ ਨੇ, ਉਹਨਾਂ ਤੇ ਪ੍ਰੈਕਟੀਕਲ ਬੜਾ ਮਹਿਦੂਦ ਹੁੰਦਾ, ਲੇਕਿਨ ਜਿਹੜਾ ਮਾਰਕੀਟ ਦੇ ਹਿਸਾਬ ਨਾਲ ਅਪਡੇਟ ਨਹੀਂ ਹੁੰਦਾ। ਹੁਣ ਮਸ਼ੀਨਾਂ ਸਾਡੇ ਕੋਲੇ ਸਨ 1966 ਵਿੱਚ ਕਾਲਜ ਬਣਿਆ ਤੇ ਇੱਕ ਦਫਾ ਮਸ਼ੀਨਾਂ ਉਸ ਵੇਲੇ ਆਈਆਂ ਨੇ, ਤਾਂ ਉਸ ਤੋਂ ਬਾਅਦ ਚੰਦ ਇਕਵਿਪਮੈਂਟ ਜਾਂ ਮਸ਼ੀਨਾਂ ਦਿੱਤੀਆਂ ਨੇ, ਤਾਂ ਸਾਡੇ ਕੋਲ ਮਸ਼ੀਨਾਂ ਬੜੀਆਂ ਪੁਰਾਣੀਆਂ ਨੇ। ਹੁਣ ਜੋ ਕੁਝ ਮੌਜੂਦਾ ਮਾਰਕੀਟ ਦੀ ਸੂਰਤ ਹਾਲ ਹੈ ਉਹਦੇ ਮੁਤਾਬਿਕ ਬੱਚਿਆਂ ਨੂੰ ਅਸੀਂ ਪ੍ਰੈਕਟੀਕਲ ਨਹੀਂ ਕਰਾ ਸਕਦੇ। ਤੇ ਇਸ ਹਵਾਲੇ ਨਾਲ ਫਿਰ ਜਿਹੜਾ ਇੱਥੇ ਆਏ ਆ ਤੇ ਇੱਥੇ ਤਾਂ ਹੁਣ ਉਹ ਕੰਮ ਹੋ ਰਿਹਾ ਜਿਹੜਾ ਹਾਲੀ ਮਾਰਕੀਟ ਵਿੱਚ ਬਿਲਕੁਲ ਲੇਟੈਸਟ ਹੈ। ਬਿਲਕੁਲ ਇਸ ਵਾਸਤੇ ਇਹਨਾਂ ਨੂੰ ਵੇਖਣ ਵਾਸਤੇ ਇਹਨਾਂ ਨੇ ਸਾਡੀ ਖਿਦਮਤ ਲਈਆਂ ਨੇ ਇਹਨਾਂ ਵਾਸਤੇ। ਸਰ ਜੀ ਤੁਹਾਡਾ ਕਿਸ ਤਰ੍ਹਾਂ ਐਕਸਪੀਰੀਅੰਸ ਰਿਹਾ ਇਹਨਾਂ ਦਾ ਕੰਮ ਦੇਖ ਕੇ? ਬਹੁਤ ਹੀ ਜ਼ਬਰਦਸਤ ਰਿਹਾ ਸਾਡਾ ਇੱਥੇ ਆਣਾ ਜਿਹੜਾ ਹੈ ਨਾ, ਬਹੁਤ ਹੀ ਫਾਇਦਾਮੰਦ ਹੋਇਆ, ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਸੀ ਪਹਿਲਾਂ ਵੀ ਇੱਕ ਵਾਰੀ ਬੱਚਿਆਂ ਨੂੰ ਲੈ ਕੇ ਆਏ ਸੀ, ਇੱਥੇ ਚੱਕਰ ਲੱਗਾ ਸੀ ਤੇ ਉਹੀ ਤਜਰਬੇ ਤੋਂ ਫਾਇਦਾ ਉਠਾਉਂਦੇ ਇਹਨਾਂ ਬੱਚਿਆਂ ਵਾਸਤੇ ਵੀ ਅਸੀਂ ਸੋਚਿਆ ਕਿ ਇੱਕ ਵਾਰੀ ਇਹਨਾਂ ਨੂੰ ਇੱਥੇ ਲੈ ਜਾਈਏ ਤੇ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਸ਼ਾਇਦ ਹੀ ਇਹਨਾਂ ਨੇ ਫਿਰ ਕਿਤੇ ਜ਼ਿੰਦਗੀ 'ਚ ਮੌਕਾ ਮਿਲਿਆ ਇਹਨਾਂ ਨੂੰ ਇਹੋ ਚੀਜ਼ਾਂ ਦੇਖਣ ਵਾਸਤੇ ਜੋ ਸਾਨੂੰ ਇੱਥੋਂ ਮਿਲੀਆਂ ਨੇ। ਦੇਖੋ ਜੀ, ਹਰ ਮਕੈਨਿਕ ਜਿਹੜਾ ਨਾ ਆਪਣਾ ਹੁਨਰ ਨਹੀਂ ਦੱਸਦਾ ਹੈ। ਇਹ ਨਦੀਮ ਸਾਹਿਬ ਦਾ ਵਾਅਦਾ ਹੈ, ਸੋਸ਼ਲ ਮੀਡੀਆ ਤੇ ਵੀ ਇਹ ਕਿ ਕੋਈ ਚੀਜ਼ ਛੁਪਾਉਂਦੇ ਨਹੀਂ ਹੈ ਤੇ ਇਹਨਾਂ ਦਾ ਇਹ ਮਤਲਬ ਵੱਡਾਪਨ ਹੈ ਜੀ, ਨਾਲ ਸਟੂਡੈਂਟ ਨਾਲ ਵੀ ਸ਼ੇਅਰ ਕਰ ਰਿਹਾ। ਇਹ ਕਿਤੇ ਟਾਈਮ ਦੇ ਇਹਨਾਂ ਨੂੰ ਯਾਦ ਆਏਗਾ ਜੀ ਸਾਨੂੰ ਕਿਹਨੇ ਦਿੱਤਾ। ਬਿਲਕੁਲ। ਬਾਕੀ ਜੀ ਤੁਸੀਂ ਅੱਜ ਕੀ ਨਦੀਮ ਸਾਹਿਬ ਕੋਲ ਸਿੱਖਿਆ ਵਾ, ਕੋਈ ਮੋਟੀ ਹਾਈਲਾਈਟ ਸ਼ੇਅਰ ਕਰੋ। ਅਸੀਂ ਇਹਨਾਂ ਕੋਲੇ ਬੋਰਿੰਗ ਦਾ, ਹੋਨਿੰਗ ਦਾ, ਹੈੱਡ ਦੇ ਜਿਹੜੇ ਵਾਲ ਵਗੈਰਾ ਦੀ ਜਿਹੜੀ ਹੈ ਸੀਟ ਚੈੱਕ ਕਰਨ ਦਾ ਤਰੀਕਾ, ਵਾਲ ਕਲੀਅਰੈਂਸ ਵਗੈਰਾ ਜਿਹੜੀ ਹੈ ਉਸ ਦੇ ਉੱਤੇ ਦੇਖਿਆ, ਕ੍ਰੈਂਕ ਸ਼ਾਫਟ ਬੈਲੈਂਸ ਕਰਨਾ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਕੋਲ ਸਿੱਖੀਆਂ ਨੇ। ਔਰ ਮਜ਼ੀਦ ਇਨਸ਼ਾਅੱਲਾ ਇਹਨਾਂ ਦੀ ਜਿਹੜੀ ਵੀਡੀਓਜ਼ ਅਸੀਂ ਦੇਖਦੇ ਰਹਿੰਦੇ ਆ ਤੇ ਉਹਦੇ ਤੋਂ ਸਾਨੂੰ ਬਹੁਤ ਸਾਰਾ ਜਿਹੜਾ ਨਾ ਮਵਾਦ ਮਿਲਦਾ ਰਹਿੰਦਾ। ਠੀਕ ਹੋ ਗਿਆ ਜੀ, ਬਹੁਤ ਮਿਹਰਬਾਨੀ। ਜਦੋਂ ਵੀ ਆਉਂਦੇ, ਜਦੋਂ ਕਿਤੇ ਇਹਨਾਂ ਦਾ ਟਾਈਮ ਹੁੰਦਾ, ਇਹਨਾਂ ਦਾ ਕੋਈ ਸਾਲਾਨਾ ਟੂਰ ਹੁੰਦਾ ਹੈ ਤੇ ਉਹ ਫਿਰ ਆ ਜਾਂਦੇ। ਹਜੇ ਕੁਝ ਚੀਜ਼ਾਂ ਤੇ ਇਹਨਾਂ ਨੂੰ ਅਸੀਂ ਗਾਈਡ ਕੀਤੀ ਹੈ ਜਿਹਦੇ ਵਿੱਚ ਸਲੀਵ ਦੀ ਐਕੂਰੇਸੀ ਅਸੀਂ ਇਹਨਾਂ ਨੂੰ ਦੱਸੀ ਹੈ ਕਿ ਕਿੰਨੇ ਮਾਈਕਰੋਨ ਤੋਂ ਲੈ ਕੇ ਕਿੰਨੇ ਮਾਈਕਰੋਨ ਤੱਕ ਸਲੀਵ ਦੀ ਐਕੂਰੇਸੀ ਹੈ। ਆ ਸਿਰਫ ਕਿਤਾਬੀ ਗੱਲ ਨਹੀਂ ਬਲਕਿ ਪ੍ਰੈਕਟੀਕਲੀ ਇਹਨਾਂ ਨੂੰ ਦਿਖਾਇਆ ਵੀ ਹੈ। ਫਿਰ ਪ੍ਰੈਕਟੀਕਲੀ ਬੋਰਿੰਗ ਕਿਸ ਤਰ੍ਹਾਂ ਐਕੂਰੇਟ ਹੁੰਦੀ ਹੈ ਉਹ ਦਿਖਾਇਆ, ਪ੍ਰੈਕਟੀਕਲੀ ਸੀਟਾਂ ਕਿਸ ਤਰ੍ਹਾਂ ਚੈੱਕ ਹੁੰਦੀਆਂ, ਕ੍ਰੈਂਕ ਕਿਸ ਤਰ੍ਹਾਂ ਬੈਲੈਂਸ ਹੁੰਦੀ ਹੈ ਉਹ ਵੀ ਪ੍ਰੈਕਟੀਕਲੀ ਸਾਰੀ ਇਹਨਾਂ ਬੱਚਿਆਂ ਨੂੰ ਦਿਖਾਇਆ ਕਿ ਇਹਦੇ ਵਿੱਚ ਆ ਦੇਖੋ ਆ ਬੈਲੈਂਸ ਹੋ ਕੇ ਆਈ ਹੈ, ਬਾਹਰੋਂ ਆਈ ਹੈ, ਇੰਪੋਰਟਡ ਕ੍ਰੈਂਕ ਹੈ ਲੇਕਿਨ ਆ ਬੈਲੈਂਸ ਖਰਾਬ ਹੈ। ਆ ਪ੍ਰੈਸ਼ਰ ਪਲੇਟ ਹੈ, ਫਰਾਈ ਵੀਲ ਹੈ, ਬੈਲੈਂਸ ਹੋਇਆ ਨਜ਼ਰ ਆ ਰਿਹਾ, ਬੈਲੈਂਸ ਹੋਇਆ ਲੇਕਿਨ ਖਰਾਬ ਹੈ, ਦੁਬਾਰਾ ਕੀਤਾ। ਆ ਸਾਰੀਆਂ ਚੀਜ਼ਾਂ ਇਹਨਾਂ ਬੱਚਿਆਂ ਨੂੰ ਦੱਸੀਆਂ। ਹਾਲਾਂਕਿ ਲੋਕ ਤਸੱਵਰ ਕਰਦੇ ਆ, ਮਕੈਨਿਕ ਵੀ ਕਰਦੇ ਆ ਕਿ ਜੀ ਆ ਸਰਾਖ ਵੱਜੇ ਹੋਏ ਆ, ਕ੍ਰੈਂਕ ਬੈਲੈਂਸ ਹੋਈ ਹੈ, ਆ ਫਰਾਈ ਵੀਲ ਤੇ ਸਰਾਖ ਵੱਜੇ ਹੋਏ ਆ, ਬੈਲੈਂਸ ਹੋਈ ਹੈ। ਲੇਕਿਨ ਜਿਸ ਟਾਈਮ ਅਸੀਂ ਉਹਨੂੰ ਬੈਲੈਂਸਰ ਤੇ ਚਾੜਨੇ ਆ, ਸਾਡਾ ਜਿਹੜਾ ਬੈਲੈਂਸਰ ਹੈ ਬੜਾ ਪੁਰਾਣਾ ਮਾਡਲ ਹੈ, ਲੇਕਿਨ ਉਹ ਬੈਲੈਂਸਰ ਵੀ ਜਿਹੜੇ ਉਹਨਾਂ ਦੀਆਂ ਮਸ਼ੀਨਾਂ ਜਿਹੜੇ ਤੇ 50-50 ਲੱਖ ਰੁਪਏ ਦੀ, 25 ਲੱਖ ਰੁਪਏ ਤੋਂ ਲੈ ਕੇ 50-50 ਲੱਖ ਦੀਆਂ ਮਸ਼ੀਨਾਂ ਤੇ ਬੈਲੈਂਸ ਹੋ ਰਹੀ ਹੈ, ਉਹਦੇ ਨਾਲੋਂ ਵੀ ਰਿਜ਼ਲਟ ਅੱਛਾ ਹੈ। ਬਿਲਕੁਲ ਜੀ, ਉਹ ਅਸੀਂ ਇਹਨਾਂ ਬੱਚਿਆਂ ਨੂੰ ਪ੍ਰੈਕਟੀਕਲੀ ਦਿਖਾਇਆ। ਹਜੇ ਇੱਕ ਦੋ ਚੀਜ਼ਾਂ ਇਹਨਾਂ ਨੂੰ ਹੋਰ ਦਿਖਾਣੀਆਂ, ਇਨਸ਼ਾਅੱਲਾ ਉਹ ਵੀ ਹੁਣੇ ਦਿਖਾਣੇ ਆ। ਅੱਛਾ ਨਹੀਂ ਸਾਹਿਬ, ਆਖਰੀ ਗੱਲ ਕੋਈ ਅੱਛਾ ਜਿਹਾ ਮਸ਼ਵਰਾ ਬੱਚਿਆਂ ਨੂੰ, ਸਟੂਡੈਂਟ ਨੂੰ ਦੇਣਾ ਮੈਂ ਚਾਹੋ? ਆਂਦੇ ਹੀ ਸਭ ਤੋਂ ਪਹਿਲੇ ਇਹਨਾਂ ਨੂੰ ਮਸ਼ਵਰਾ ਦਿੱਤਾ ਹੈ ਕਿ ਆਪਣੇ ਬ੍ਰੇਨ ਨੂੰ ਨਾ ਫਰੈਸ਼ ਰੱਖੋ। ਮੈਂ ਇਹਨਾਂ ਨੂੰ ਦੱਸਿਆ ਮੇਰੇ ਤੇ ਅੱਲਾ ਦਾ ਬੜਾ ਵੱਡਾ ਇਹਸਾਨ ਹੈ ਕਿ ਮੈਂ ਜਦੋਂ ਕੰਮ ਸ਼ੁਰੂ ਕੀਤਾ ਨਾ 97 ਤੋਂ ਲੈ ਕੇ ਤੇ 97 ਤੋਂ ਲੈ ਕੇ 2017 ਤੱਕ ਜੀ ਉਸ ਟਾਈਮ 'ਚ ਮੇਰੇ ਕੋਲ ਆ ਮੋਬਾਈਲ ਨਹੀਂ ਸੀ ਹੈਗਾ। ਅਗਰ ਆ ਮੋਬਾਈਲ ਉਸ ਟਾਈਮ ਮੇਰੇ ਕੋਲ ਹੁੰਦਾ ਤੇ ਸ਼ਾਇਦ ਮੈਂ ਇੰਨੀ ਤਰੱਕੀ ਨਾ ਕਰ ਪਾਉਂਦਾ। ਲੇਕਿਨ ਜਿਸ ਟਾਈਮ ਆ ਮੋਬਾਈਲ ਆਇਆ ਹੈ ਤੇ ਲੋਕਾਂ ਨੇ ਯਾਰ ਨਾ ਟਾਈਮ ਜ਼ਾਇਆ ਕੀਤਾ। ਮੈਂ ਐਸੇ ਮੋਬਾਈਲ ਨੂੰ ਯੂਜ਼ ਕਰਦੇ ਹੋਏ ਜਿੱਥੇ ਲੋਕ ਟਾਈਮ ਜ਼ਾਇਆ ਕਰਦੇ ਆ, ਮੈਂ ਐਸੇ ਮੋਬਾਈਲ ਨੂੰ ਯੂਜ਼ ਕਰਦੇ ਹੋਏ ਆਪਣਾ ਇਲਮ ਜਿਹੜਾ ਹੈ ਲੱਖਾਂ ਬੰਦਿਆਂ ਤੱਕ ਪਹੁੰਚਾਇਆ ਔਰ ਅੱਛਾ ਇਲਮ ਪਹੁੰਚਾਇਆ। ਕੋਈ ਵੀਡੀਓ ਗਲਤ ਔਰ ਫੇਕ ਨਹੀਂ ਬਣਾਈ, ਸਾਰੀਆਂ ਵੀਡੀਓ ਜਿਹੜੀਆਂ ਦੱਸੀਆਂ ਸਹੀ ਦੱਸੀਆਂ, ਟਰੂ ਦੱਸੀਆਂ, ਗਲਤ ਬਿਆਨੀ ਨਹੀਂ ਕੀਤੀ। ਔਰ ਇਹੋ ਹੀ ਆ ਚੀਜ਼ਾਂ ਮੈਂ ਬੱਚਿਆਂ ਨੂੰ ਕਹਿੰਦਾ ਕਿ ਆਪਣਾ ਇਲਮ ਜਿਹੜਾ ਹੈ ਨਾ ਸਿੱਖੋ ਔਰ ਕਾਬਲ ਬਣੋ। ਕਾਬਲ ਬਣੋਗੇ ਤੇ ਇੱਕ ਜਗ੍ਹਾ ਤੇ ਤੁਸੀਂ ਇੱਕ ਵਾਸ਼ਲ ਵੀ ਬਣਾਣੀ ਆ ਜਾਏ ਨਾ, ਤੁਸੀਂ ਉਸ ਅਦਾਰੇ ਦੇ ਵਾਸਤੇ ਕਾਰਾਮਦ। ਅਗਰ ਨਹੀਂ ਤੁਹਾਨੂੰ ਪਤਾ, ਇੱਕ ਛੋਟਾ ਜਿਹਾ ਇਲਮ ਵੀ ਅਗਰ ਤੁਸੀਂ ਆਪਣੇ ਜ਼ਿਹਨ 'ਚ ਮਹਿਫੂਜ਼ ਕਰ ਲਿੱਤਾ ਤੇ ਤੁਸੀਂ ਕਾਮਯਾਬ ਹੋ ਜਾਓਗੇ। ਜਿੱਥੇ ਉਹ ਛੋਟੇ ਜਿਹੇ ਦੀ ਵੀ ਲੋੜ ਪੈਣੀ ਹੈ ਉਹ ਤੁਹਾਨੂੰ ਜ਼ਰੂਰਤ ਪੈਣੀ। ਅਗਰ ਉਹ ਤੁਸੀਂ ਨਹੀਂ ਮਹਿਫੂਜ਼ ਕਰਦੇ ਤੇ ਫਿਰ ਉਹ ਤੁਸੀਂ ਜ਼ਾਇਆ ਕਰਦੇ ਜੇ ਤੇ ਫਿਰ ਤੁਸੀਂ ਔਰ ਪ੍ਰੈਕਟੀਕਲ ਹੈਂਡ ਹੋਣ ਦਾ ਕੋਈ ਫਾਇਦਾ ਨਹੀਂ। ਔਰ ਮੈਂ ਤੇ ਸਮਝਦਾ, ਮੈਂ ਹੁਣ ਇਸ ਟਾਈਮ ਖੜਾ ਇੱਥੇ ਤੇ ਮੈਂ ਤੇ ਇਹਦੇ ਵਿੱਚ ਮੈਂ ਤੇਰੀ ਕੋਸ਼ਿਸ਼ ਹੈ ਮੈਂ ਖੁਦ ਇੱਥੇ ਕੋਈ ਐਸਾ ਅਦਾਰਾ ਬਣਾਵਾ ਜਿਹੜਾ ਇੰਨਾ ਟੈਕਨੀਕਲ ਤਰੀਕੇ ਨਾਲ ਹੋਏ ਜਿਹਦੇ ਵਿੱਚ 80% ਪ੍ਰੈਕਟੀਕਲ ਹੋਏ। ਬਿਲਕੁਲ, ਕਿਉਂਕਿ ਆ ਜਿਹੜੀ ਆਟੋ ਮਸ਼ੀਨਿੰਗ ਦੀ ਆ ਮਸ਼ੀਨਾਂ ਹੈ ਨਾ ਆ ਬਹੁਤ ਮਹਿੰਗੀ ਆ। ਹੁਣ ਜਿਹੜੀ ਕ੍ਰੈਂਕ ਗ੍ਰਾਈਂਡਰ ਹੈ ਨਾ, ਵਲੈਤੀ ਕ੍ਰੈਂਕ ਗ੍ਰਾਈਂਡਰ, ਉਹ ਤਕਰੀਬਨ 2-2.5 ਕਰੋੜ ਰੁਪਏ ਦੀ ਹੈ।
ਇੱਕ ਸਾਡੇ ਕੋਲ ਜਿਹੜੀ ਵੱਡੀ ਗ੍ਰਾਈਂਡਰ ਹੈ ਉਹ 3.5 ਕਰੋੜ ਦੀ ਹੈ। ਐਸੇ ਤਰ੍ਹਾਂ ਮਸ਼ੀਨਰੀ ਸੈਟਅਪ ਜਿਹੜਾ ਹੈ ਨਾ ਉਹ ਕਈ ਕਰੋੜ ਰੁਪਏ ਦਾ ਬਣਦਾ ਤੇ ਜਿਹੜਾ ਸੈਟਅਪ ਹੈ ਨਾ ਆ ਕਿਸੇ ਅਦਾਰੇ ਕੋਲ ਨਹੀਂ ਹੈਗਾ, ਲੇਕਿਨ ਸਾਡੇ ਅਦਾਰੇ ਕੋਲ ਹੈਗਾ। ਅਸੀਂ ਮਾਸ਼ਾਅੱਲਾ ਬੱਚਿਆਂ ਨੂੰ ਸਿਖਾ ਰਹੇ ਹਾਂ ਔਰ ਇਹ ਚੀਜ਼ਾਂ ਦੇ ਸਿੱਖੇ ਹੋਏ ਕੰਮਾਂ ਦੀ ਇਤਨੀ ਬਾਰ ਜਾਬ ਹੈ ਜਿਹੜਾ ਮੈਂ ਹੈੱਡ ਦੱਸਿਆ ਨਾ, ਹੈੱਡ ਕਰਨਾ ਹੀ ਬੰਦੇ ਨੂੰ ਸਹੀ ਆ ਜੇ, ਮੈਂ ਕਹਿੰਦਾ ਸਾਰੀ ਉਮਰ ਹੋਰ ਕੋ ਰੋਟੀ ਨਹੀਂ ਮੁੱਕਦੀ। ਜਿਸ ਬੰਦੇ ਨੂੰ ਬੋਰਿੰਗ ਕਰਨੀ ਆ ਜੇ ਸਾਰੀ ਜ਼ਿੰਦਗੀ ਰੋਟੀ ਨਹੀਂ ਮੁੱਕ ਸਕਦੀ, ਭਾਵੇਂ ਪਾਕਿਸਤਾਨ 'ਚ ਕਰੇ ਭਾਵੇਂ ਪਾਕਿਸਤਾਨ ਤੋਂ ਬਾਹਰ ਕਰੇ। ਐਸੇ ਤਰ੍ਹਾਂ ਬੈਲੈਂਸਿੰਗ ਹੈ ਸਾਡਾ, ਇੱਕ ਕੰਮ ਸਾਰੀ ਉਮਰ ਬੱਚਾ ਰੋਟੀ ਕਮਾ ਕੇ ਖਾ ਸਕਦਾ। ठीक हो गया नदीम साहब, बहुत मेहरबानी जी, बहुत शुक्रिया। बाकी दोस्तों वीडियो अच्छी लगी लाइक शेयर कर देना जी। इंशाल्लाह मिलांगे जी नेक्स्ट वीडियो च। ओके जी, अल्लाह।